ਬਹੁਤ ਮਸ਼ਹੂਰ ਤੇ ਨੇਗੇ ਜੀ ਬਸ ਚੰਦ ਕੁ ਫੈਨ ਸਾਡੇ ਜਿਹੜੇ ਨੇ ਵੀਰ ਨੇ 7 ਤਰੀਕ ਨੂੰ ਮੈਨੂੰ ਅੱਜ ਵੀ ਯਾਦ ਆ। ਮੇਰੀ ਕਾਮਯਾਬੀ ਦਾ ਦਿਨ ਸੀਗਾ ਪਹਿਲਾ ਉਹ ਮੈਨੂੰ ਨਹੀਂ ਦੇ ਲੇਖਾਂ 'ਚ ਦੋਖੀ ਕਿਉਂ ਕਦੇ ਵੇਖ ਇਹਨਾਂ ਦੇ ਹੱਥ ਲਕੀਰਾਂ ਵੀਰਾਂ ਤੋਂ ਇਹ ਕੁਝ ਨਹੀਂ ਮੰਗਦੀਆਂ ਭਾਵੇਂ ਹੋਣ ਗਲ ਵਿੱਚ ਪਾਟੀਆਂ ਲੀਰਾਂ। ਘੰਟੇ ਬਾਅਦ ਓਪਨ ਕੀਤੀ ਤੇ ਉਹ 50,000 ਕ੍ਰਾਸ ਕਰ ਗਈ ਸੀ ਤੇ ਮਾਸ਼ਾਅੱਲਾ 17 ਦਿਨਾਂ ਦੇ ਵਿੱਚ ਮੇਰੇ ਪਹਿਲੇ ਅਕਾਊਂਟ ਦੇ ਉੱਪਰ ਲੱਖ ਫਾਲੋਅਰ ਸੀਗਾ 17 ਭੈਣਾਂ ਵੀਰ ਭੈਣਾਂ ਦਾ ਮਾਣ ਹੁੰਦੇ ਨੇ ਜਿੰਦ ਹੁੰਦੇ ਨੇ ਜਾਨ ਹੁੰਦੇ ਨੇ ਤੇ ਭੈਣ ਨੂੰ ਮਾਸਾ ਵੀ ਪਰੇਸ਼ਾਨੀ ਹੋਵੇ ਭੈਣ ਤੋਂ ਵੱਧ ਪਰੇਸ਼ਾਨ ਹੁੰਦੇ ਨੇ ਤੇ ਜਿਹੜੇ ਜ਼ਿਆਦਾ ਪੈਸਾ ਤੇ ਸੋਸ਼ਲ ਮੀਡੀਆ ਤੇ ਅਰਨਿੰਗ ਸਹੀ ਕਰ ਰਿਹਾ ਉਹ ਟਿਕਟੋਕ ਤੇ ਹੀ ਆ ਅਲਹਮਦੁਲਿਲਾ ਕੋਈ 2 ਦੇ ਕਰੀਬ ਮੈਂ ਟਿਕਟੋਕ ਤੋਂ ਜੀ अस्सलाम वालेकुम दोस्तों मैं ਹਾਂ ਅਮਿਰ ਸ਼ਹਜ਼ਾਦ ਤੁਸੀਂ ਦੇਖ ਰਹੇ ਮੇਰਾ YouTube ਚੈਨਲ ਤੇ ਦੋਸਤੋ ਅੱਜ ਅਸੀਂ ਮੌਜੂਦ ਹਾਂ ਇੱਕ ਐਸੀ ਸ਼ਖਸੀਅਤ ਜਿਹੜੀ ਕਿਸੇ ਵੀ ਤਾਰਫ ਦੀ ਮੁਹਤਾਜ ਨਹੀਂ ਜਿਨ੍ਹਾਂ ਨੂੰ ਤੁਸੀਂ TikTok Facebook YouTube ਤੇ ਦੇਖਦੇ ਰਹਿੰਦੇ ਹੋ ਬਹੁਤ ਅੱਛੀ ਸ਼ਾਇਰੀ ਵੀ ਕਰਦੇ ਨੇ ਤੇ ਸਾਡੇ ਮਾਸ਼ਰੇ ਦੀ ਅਕਾਸੀ ਵੀ ਕਰਦੇ ਨੇ ਉਹਨਾਂ ਦੇ ਬਾਰੇ ਗੱਲਬਾਤ ਕਰਦੇ ਨੇ ਤੇ ਮੇਰੇ ਨਾਲ ਅੱਜ ਮੌਜੂਦ ਨੇ ਜੀ ਮੀਆਂ ਦਿਲਦਾਰ ਸਾਹਿਬ 591 GB ਗੰਗਾਪੁਰ ਦੇ ਅੰਦਰ ਅਸੀਂ ਅੱਜ ਮੌਜੂਦ ਹਾਂ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਜਾਣਾਂਗੇ ਅਸੀਂ ਇਹਨਾਂ ਦੀ ਜ਼ਿੰਦਗੀ ਦੇ ਬਾਰੇ ਕਿ ਆ ਟਿਕਟੋਕ ਤੇ ਕਿਦੋਂ ਵਾਇਰਲ ਹੋਏ ਪਹਿਲੀ ਵੀਡੀਓ ਕਿੱਦਾਂ ਪਾਈ ਸ਼ਾਇਰੀ ਦਾ ਸ਼ੋਅ ਕਿੱਦਾਂ ਹੋਇਆ ਸਾਰੀਆਂ ਗੱਲਾਂ ਜਿਨ੍ਹਾਂ ਕੋਲ ਪੁੱਛਾਂਗੇ ਇਸ ਇੰਟਰਵਿਊ ਦੇ ਅੰਦਰ ਜੀ अस्सलाम वालेकुम ਜੀ ਵਾਲੇਕੁਮ ਅਸਲਾਮ ਜੀ ਸਭ ਤੋਂ ਪਹਿਲੇ ਤਾਂ ਸਰ ਤੁਹਾਡੀ ਬੜੀ ਮਿਹਰਬਾਨੀ ਕਿ ਤੁਸੀਂ ਇਸ ਕਾਬਲ ਸਮਝਿਆ ਕਿ ਅਸੀਂ ਤੁਹਾਡੇ ਮੋਬਾਈਲ ਦੀ ਸਕਰੀਨ ਤੇ ਆ ਸਕੀਏ ਦੇਖੋ ਜੀ ਕੋਈ ਕਿਸੇ ਨੂੰ ਕਾਬਲ ਸਮਝਦਾ ਤੇ ਕਿਸੇ ਦੀ ਵੀਡੀਓ ਤਸਵੀਰ ਲੈਂਦਾ ਵਰਨਾ ਆੜਾ ਵਕਤ ਚੱਲ ਰਿਹਾ ਕੌਣ ਕਿਸੇ ਦੀ ਫੋਟੋ ਜਾਂ ਵੀਡੀਓ ਬਣਾਉਂਦਾ ਤੇ ਇਹਨਾਂ ਦੀ ਮੁਹੱਬਤਾਂ ਦਾ ਸ਼ੁਕਰੀਆ ਤੇ ਜਿਹੜੇ ਇਹਨਾਂ ਦੇ ਚੈਨਲ ਤੇ ਵੇਖਣ ਵਾਲੇ ਨੇ ਸਾਨੂੰ ਕੁਝ ਜਾਣਨ ਵਾਲੇ ਨੇ ਇਹਨਾਂ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਕੇ ਜਾਇਓ ਬੜੀ ਮਿਹਰਬਾਨੀ ਹੋਏਗੀ ਮਿਹਨਤ ਕਰ ਰਹੇ ਨੇ ਮਿਹਨਤ ਕਰਕੇ ਚੱਲ ਕੇ ਤੇਲ ਫੂਕ ਕੇ ਆਪਣਾ ਸਾਡੇ ਕੋਲ ਆਏ ਨੇ ਤੇ ਜਨਾਬ ਹੁਣ ਤੁਸੀਂ ਸਵਾਲ ਜਿਹੜਾ ਕਰੋਗੇ ਅਸੀਂ ਇਨਸ਼ਾਅੱਲਾ ਉਹਦਾ ਜਵਾਬ ਦਾਂਗੇ ਅੱਛਾ ਮੀਆਂ ਸਾਹਿਬ ਜਿਹੜਾ ਤੁਸੀਂ ਟਿਕਟੋਕ ਤੇ ਕਿੱਦਾਂ ਸ਼ੌਕ ਪਿਆ ਵਾਇਰਲ ਹੋਏ ਮਾਸ਼ਾਅੱਲਾ ਬਹੁਤ ਮਸ਼ਹੂਰ ਹੋ ਇਸ ਟਾਈਮ ਟਿਕਟੋਕ ਤੇ ਦੇਖੋ ਜੀ ਬਹੁਤ ਮਸ਼ਹੂਰ ਤੇ ਨੇਗੇ ਜੀ ਬਸ ਚੰਦ ਕੁ ਫੈਨ ਸਾਡੇ ਜਿਹੜੇ ਨੇ ਵੀਰ ਨੇ ਮੁਹੱਬਤ ਕਰਦੇ ਨੇ ਉਹਨਾਂ ਦੀਆਂ ਮੁਹੱਬਤਾਂ ਦਾ ਸ਼ੁਕਰੀਆ ਦੇਖੋ ਸ਼ਾਇਰੀ ਦਾ ਮੈਨੂੰ ਸ਼ੌਕ ਸੀਗਾ ਤੇ ਉਹ ਮੈਂ ਪਹਿਲੇ ਲੋਕਾਂ ਦੀ ਸ਼ਾਇਰੀ ਪੜ੍ਹਦਾ ਹੁੰਦਾ ਸੀਗਾ ਤਜੱਮਲ ਕਲੀਮ ਸਾਹਿਬ ਮਾਸ਼ਾਅੱਲਾ ਸਾਡੇ ਏਸ਼ੀਆ ਦੇ ਸਭ ਤੋਂ ਵੱਡੇ ਸ਼ਾਇਰ ਨੇ ਸਭ ਤੋਂ ਵੱਡੇ ਵੀ ਨੇ ਔਰ ਮੈਂ ਉਹਨਾਂ ਨੂੰ ਸਭ ਤੋਂ ਵੱਡੇ ਮੰਨਦਾ ਤੇ ਜਿਨ੍ਹਾਂ ਨੂੰ ਅਸੀਂ ਸਭ ਤੋਂ ਵੱਡੇ ਮੰਨਦੇ ਹੋ ਸਾਡੇ ਲਈ ਸਭ ਤੋਂ ਵੱਡੇ ਉਹ ਹੀ ਹੁੰਦੇ ਆ ਕਿ ਜਿਨ੍ਹਾਂ ਨੂੰ ਮੈਂ ਸਭ ਤੋਂ ਵੱਡਾ ਮੰਨਦਾ ਔਰ ਅਲਹਮਦੁਲਿਲਾ ਉਹਨਾਂ ਨੂੰ ਦੁਨੀਆ ਵੀ ਸਭ ਤੋਂ ਵੱਡਾ ਮੰਨਦੀ ਹੈ ਤਜੱਮਲ ਕਲੀਮ ਸਾਹਿਬ ਉਹਨਾਂ ਦੀ ਸ਼ਾਇਰੀ ਸੁਣਨ ਦਾ ਮੈਨੂੰ ਬੜਾ ਸ਼ੌਕ ਸੀਗਾ ਤੇ ਮੈਂ ਬੜੀ ਜ਼ਿਆਦਾ ਸੁਣਦਾ ਰਿਹਾ ਤੇ ਉਹਨਾਂ ਦੇ ਕਲਾਮ ਮੈਂ ਕਾਫੀ ਪੜ੍ਹੇ ਨੇ ਆਪਣੇ ਮੋਬਾਈਲ ਦੀ ਸਕਰੀਨ ਤੇ ਵੀ ਮੈਨੂੰ ਬੜੀ ਇੱਜ਼ਤ ਮਿਲੀ ਉਹਨਾਂ ਦੇ ਕਲਾਮਾਂ ਤੋਂ ਵੀ ਤੇ ਉਸ ਤੋਂ ਬਾਅਦ ਨਾਲ ਮੈਂ ਆਪਣਾ ਮਾਸ਼ਰੇ ਨੂੰ ਵੇਖਦਿਆਂ ਹੋਇਆਂ ਚੰਦ ਕੋ ਕਲਾਮ ਲਿਖਣੇ ਸਟਾਰਟ ਕੀਤੇ ਉਹਨਾਂ ਨੂੰ ਸ਼ਾਇਰੀ ਨਹੀਂ ਕਹਾਂ ਜਾਏ ਬਸ ਆਪਣੇ ਟੁੱਟੇ ਫੁੱਟੇ ਲਫ਼ਜ਼ ਹੀ ਕਹਿ ਸਕਦਾ ਸ਼ਾਇਰਾ ਜਿਹੜੀ ਸ਼ਾਇਰੀ ਹੈ ਬੜੇ ਉੱਚਾ ਨਾਮ ਆ ਸਾਡੀ ਇੰਨੀ ਔਕਾਤ ਨਹੀਂ ਅਸੀਂ ਸ਼ਾਇਰੀ ਕਰ ਸਕੀਏ ਬਸ ਟੁੱਟੇ ਫੁੱਟੇ ਲਫ਼ਜ਼ ਜੋੜ ਕੇ ਸਿੱਧੇ ਪੱਧਰੇ ਕਰੀਦੇ ਆ ਲੋਕਾਂ ਨੂੰ ਪਸੰਦ ਆਉਂਦੇ ਆ ਜੀ ਉਹ ਮੁਹੱਬਤ ਕਰਦੇ ਆ ਤੇ ਇੰਨੀ ਇੱਜ਼ਤ ਦਿੱਤੀ ਹੋਈ ਆ ਅੱਲਾਹ ਪਾਕ ਨੇ ਬਸ ਇਹ ਲੋਕਾਂ ਦੀਆਂ ਮੁਹੱਬਤਾਂ ਦਾ ਸ਼ੁਕਰੀਆ ਜੀ ਅੱਛਾ ਸਰ ਟਿਕਟੋਕ ਤੇ ਕਿੱਦਾਂ ਵਾਇਰਲ ਹੋਏ ਕਿਹੜੀ ਪਹਿਲੀ ਵੀਡੀਓ ਪਾਈ ਕਿਹੜਾ ਤੁਸੀਂ ਸ਼ੇਅਰ ਪੜਿਆ ਸੀ ਉਹ ਵੀ ਸੁਣਾ ਦਿਓ ਸਾਡੇ ਚੈਨਲ ਤੇ ਜੀ ਮੈਂ ਨਾ 2021 ਦੀ 7 ਤਰੀਕ ਨੂੰ ਮੈਨੂੰ ਅੱਜ ਵੀ ਯਾਦ ਆ ਮੇਰੀ ਕਾਮਯਾਬੀ ਦਾ ਦਿਨ ਸੀਗਾ ਪਹਿਲਾ ਉਹ ਮੈਨੂੰ ਨਹੀਂ ਭੁੱਲ ਸਕਦਾ ਮਰਨ ਤੱਕ 7 ਦਸੰਬਰ ਨੂੰ 2021 ਦੀ ਨੂੰ ਟਿਕਟੋਕ ਸਾਡੇ ਪਾਕਿਸਤਾਨ 'ਚ ਦੁਬਾਰਾ ਅਨਬੈਨ ਹੋਈ ਆ ਉਸ ਤੋਂ ਬਾਅਦ ਟਿਕਟੋਕ ਬੈਨ ਨਹੀਂ ਹੋਈ ਠੀਕ ਹੈ ਜੀ ਤੇ ਮੈਂ ਲਾਹੌਰ ਗਿਆ ਹੋਇਆ ਸੀ ਕਿਸੇ ਦੋਸਤ ਦੇ ਕੋਲ ਤੇ ਮੇਰਾ ਇੱਕ ਦੋਸਤ ਸੀ ਤੇ ਉਹਨਾਂ ਦੀ ਬੇਟੀ ਸੀ ਛੋਟੀ ਜੀ ਤੇ ਉਹਨਾਂ ਨੇ ਮੈਨੂੰ ਕਿਹਾ ਦਿਲਦਾਰ ਭਾਈ ਤੁਸੀਂ ਆ ਪੋਇਟਰੀ ਕਰਦੇ ਹੋ ਤੇ ਇੱਕ ਮੇਰੀ ਬੇਟੀ ਦੇ ਨਾਲ ਵੀ ਵੀਡੀਓ ਬਣਾਓ ਮੇਰੀ ਟਿਕਟੋਕ ਦੀ ਪਹਿਲੀ ਵੀਡੀਓ ਉਹ ਸੀਗੀ ਕਿ ਮੈਂ ਬਣਾਈ ਸੀ ਕਿ ਧੀ ਦੇ ਲੇਖਾਂ 'ਚ ਦੋਖੀ ਕਿਉਂ ਕਦੇ ਵੇਖ ਇਹਨਾਂ ਦੇ ਹੱਥ ਲਕੀਰਾਂ ਵੀਰਾਂ ਤੋਂ ਇਹ ਕੁਝ ਨਹੀਂ ਮੰਗਦੀਆਂ ਭਾਵੇਂ ਹੋਣ ਗਲ ਵਿੱਚ ਪਾਟੀਆਂ ਲੀਰਾਂ ਤੇ ਧੀਆਂ ਲਈ ਪਰਦੇਸ ਵੇ ਬਾਬਲ ਤੇ ਪੁੱਤਰਾਂ ਲਈ ਜਾਗੀਰਾਂ ਉਹ ਦੁੱਖ ਸੁੱਖ ਸਹਿਣਾ ਤੇ ਕੁਝ ਨਾ ਕਹਿਣਾ ਵਾਹ ਰੱਬਾ ਧੀਆਂ ਦੀਆਂ ਤਕਦੀਰਾਂ ਇਹ ਉਹ ਬੇਟੀ ਮੇਰੇ ਨਾਲ ਉਹਨਾਂ ਦੀ ਛੋਟੀ ਖੜੀ ਸੀ ਤੇ ਮੈਂ ਵੀਡੀਓ ਬਣਾਈ ਬਣਾ ਕੇ ਤੇ ਮੈਂ ਉਹਨੂੰ ਅਪਲੋਡ ਕਰ ਦਿੱਤਾ ਸ਼ਾਮ ਦਾ ਟਾਈਮ ਸੀਗਾ ਸਵੇਰ ਉੱਠ ਕੇ ਮੈਂ ਦੇਖਿਆ ਤੇ ਉਹਨੂੰ ਟਿਕਟੋਕ ਤੇ 2000 ਵਿਊ ਸੀਗਾ ਠੀਕ ਹੈ ਮੈਨੂੰ ਪਤਾ ਲੱਗ ਗਿਆ ਕਿ ਮੇਰੀ ਵੀਡੀਓ ਵਾਇਰਲ ਹੋ ਗਈ ਦੇਖੋ ਪਹਿਲੀ ਵੀਡੀਓ ਨੂੰ 2000 ਵਿਊ ਇੱਕ ਬੜੀ ਵੱਡੀ ਗੱਲ ਆ ਠੀਕ ਹੈ ਜੀ ਉਦੋਂ ਮੈਨੂੰ ਐਡਾ ਕੋ ਟਿਕਟੋਕ ਦੇ ਬਾਰੇ ਨਹੀਂ ਸੀ ਪਤਾ ਠੀਕ ਹੈ ਨਾ ਅੱਛਾ ਉਹ ਜਿੱਦਾਂ ਮੈਂ 4 ਘੰਟੇ ਬਾਅਦ ਓਪਨ ਕੀਤੀ ਤੇ ਉਹ 50,000 ਕ੍ਰਾਸ ਕਰ ਗਈ ਸੀ ਤੇ ਮਾਸ਼ਾਅੱਲਾ 17 ਦਿਨਾਂ ਦੇ ਵਿੱਚ ਮੇਰੇ ਪਹਿਲੇ ਅਕਾਊਂਟ ਦੇ ਉੱਪਰ ਲੱਖ ਫਾਲੋਅਰ ਸੀਗਾ 17 ਦਿਨਾਂ 'ਚ ਮੇਰੇ ਟਿਕਟੋਕ ਤੇ ਲੱਖ ਫਾਲੋਅਰ ਸੀਗਾ ਔਰ ਇਹ ਸਭ ਮੇਰੇ ਵੀਰਾਂ ਦੀਆਂ ਦੇਖਣ ਵਾਲਿਆਂ ਦੀਆਂ ਮੁਹੱਬਤਾਂ ਜੀ ਅੱਛਾ ਤੇ ਜਿਹੜੀ ਤੁਸੀਂ ਸ਼ਾਇਰੀ ਕਰਦੇ ਹੋ ਤੁਹਾਡੀ ਆਪਣੀ ਲਿਖੀ ਹੋਈ ਹੈ ਕਿ ਕਾਪੀ ਕਰਦੇ ਹੋ ਕਿਸੇ ਨੂੰ ਜੀ ਮੇਰੀ ਜ਼ਿਆਦਾਤਰ ਸ਼ਾਇਰੀ ਤੁਸੀਂ ਇਹ ਕਹਿ ਲਓ 100 ਚੋਂ 70% ਆਪਣੀ ਆ ਅਲਹਮਦੁਲਿਲਾ ਰੱਬ ਨੇ ਉਹ ਦਿਮਾਗ ਤੇ ਉਹ ਕਲਮ ਦਿੱਤੀ ਅੱਲਾ ਦੀ ਦੇਣ ਆ ਮੈਂ ਅਨਪੜ੍ਹ ਜਿਹਾ ਬੰਦਾ ਤੇ ਮੈਂ ਕਲਮ ਫੜ ਕੇ ਬਹਿ ਜਾਵਾਂ ਕਿਸੇ ਟੌਪਿਕ ਤੇ ਵੀ ਲਿਖ ਸਕਦੇ ਆ ਔਰ ਮੇਰਾ ਲਿਖਿਆ ਲੋਕ ਪਸੰਦ ਬਹੁਤ ਕਰਦੇ ਨੇ ਅਲਹਮਦੁਲਿਲਾ ਇਸ ਚੀਜ਼ ਦਾ ਅੱਜ ਤਾਈਂ ਮੇਰੀ ਐਸੀ ਲਿਖੀ ਪੋਇਟਰੀ ਕੋਈ ਨਹੀਂ ਜਿਹੜੀ ਵਾਇਰਲ ਨਾ ਹੋਈ ਹੋਵੇ ਜਿਹੜੀ ਮੈਂ ਆਪ ਲਿਖੀ ਆ ਔਰ ਕੁਝ ਲੋਕਾਂ ਦੀ ਕਾਪੀ ਵੀ ਕਰ ਲਈ ਦੀ ਕਾਫੀ ਸ਼ਾਇਰ ਨੇ ਮੇਰੇ ਨਾਲ ਅਟੈਚ ਨੇ
ਕੈਸਰ ਮਹਿਮੂਦ ਗੁਜਰਾਤ ਤੋਂ ਮਾਸ਼ਾਅੱਲਾ ਅੱਛੇ ਸ਼ਾਇਰ ਨੇ, ਤਜਮਲ ਕਲੀਮ ਸਾਹਿਬ ਦੇ ਮੈਨੂੰ ਕਲਾਮ ਲੱਭ ਜਾਂਦੇ ਨੇ, ਸ਼ਾਕਰ ਸ਼ੂਜਾਬਾਦੀ ਦੇ ਲੱਭ ਜਾਂਦੇ ਨੇ। ਜਿਹੜੀ ਚੀਜ਼ ਲੋਕਾਂ ਨੂੰ ਇੱਕ ਅੱਛਾ ਪੈਗਾਮ ਜਿਹੜੀ ਚੀਜ਼ ਦੀ ਵਜ੍ਹਾ ਤੋਂ ਜਾ ਸਕੇ, ਉਹ ਮੈਂ ਕਲਾਮ ਪੜ੍ਹ ਦਿੰਨਾ ਔਰ ਕੁਝ ਲੋਕ ਮੈਨੂੰ ਸੈਂਡ ਕਰ ਦਿੰਦੇ ਨੇ ਕਿ ਯਾਰ ਇਹ ਕਲਾਮ ਲਾਜ਼ਮੀ ਆਪਣੀ ਆਵਾਜ਼ 'ਚ ਸੁਣਾਓ। ਅੱਛਾ, ਤੇ ਕੁਛ ਅਸ਼ਿਆਰ ਜਿਹੜੇ ਆਪਣੀ ਪਸੰਦੀਦਾ ਸਾਡੇ ਚੈਨਲ ਤੇ ਸੁਣਾਓ ਜੀ। ਜੀ, ਜੀ, ਜਿਹੜਾ ਮੇਰਾ ਸਭ ਤੋਂ ਜ਼ਿਆਦਾ ਵਾਇਰਲ ਸ਼ੇਅਰ ਹੋਇਆ, ਉਹ ਮੈਨੂੰ ਜ਼ਿਆਦਾ ਇੱਜ਼ਤ ਮਿਲੀ ਆ ਫੈਮਿਲੀ ਦੇ ਰਿਲੇਟਡ, ਧੀਆਂ ਭੈਣਾਂ ਦੇ ਮੁਤਲਕ ਜਿਹੜੀਆਂ ਮੇਰੀਆਂ ਪੋਇਟਰੀਆਂ। ਸਭ ਤੋਂ ਜਿਹੜਾ ਮੇਰਾ ਫੇਮਸ ਸ਼ੇਅਰ ਉਹ ਇੱਕੋ ਹੀ ਆ ਕਿ ਵੀਰ ਭੈਣਾਂ ਦਾ ਮਾਣ ਹੁੰਦੇ ਨੇ। ਮੇਰੇ ਉਸਤਾਦ ਮੁਹਤਰਮ ਨੇ ਵਸੀਮ ਸਾਹਿਬ ਭਾਵਲਪੁਰ ਤੋਂ, ਉਹਨਾਂ ਦਾ ਲਿਖਿਆ ਹੋਇਆ ਕਲਾਮ ਆ ਕਿ ਵੀਰ ਭੈਣਾਂ ਦਾ ਮਾਣ ਹੁੰਦੇ ਨੇ, ਜਿੰਦ ਹੁੰਦੇ ਨੇ, ਜਾਨ ਹੁੰਦੇ ਨੇ, ਤੇ ਭੈਣ ਨੂੰ ਮਾਸਾ ਵੀ ਪਰੇਸ਼ਾਨੀ ਹੋਵੇ ਭੈਣ ਤੋਂ ਵੱਧ ਪਰੇਸ਼ਾਨ ਹੁੰਦੇ ਨੇ, ਤੇ ਜਿਹੜੇ ਭੈਣ ਦੀ ਕਦਰ ਨਹੀਂ ਕਰਦੇ ਉਹ ਨਹੀਂ ਚੰਗੇ ਇਨਸਾਨ ਹੁੰਦੇ ਨੇ। ਭਰਾ ਭੈਣਾਂ ਨਾਲ ਜਦ ਬੋਲਦੇ ਨਹੀਂ, ਬਹਿ ਕੇ ਦੁੱਖ ਸੁੱਖ ਫੋਲਦੇ ਨਹੀਂ, ਰੂਹ ਫਿਰ ਉਦੋਂ ਤੜਪਦੀ ਏ, ਬੜੀ ਪੀੜ ਕਾਲਜੇ ਰੜਕਦੀ ਏ, ਤੇ ਮਾਪਿਆਂ ਬਾਅਦ ਵੀਰਾਂ ਨੂੰ ਤੱਕਦੀਆਂ ਨੇ, ਫਿਰ ਆਸ ਇਹਨਾਂ ਤੇ ਰੱਖਦੀਆਂ ਨੇ। ਭਰਾ ਭਰਜਾਈਆਂ ਪਿੱਛੇ ਲੱਗ ਜਾਂਦੇ, ਫਿਰ ਉਸ ਬੂਹੇ ਤੇ ਆਣੋ ਝੱਕਦੀਆਂ ਨੇ। ਉਹ ਜਦੋਂ ਮਾਣ ਭੈਣਾਂ ਦਾ ਟੁੱਟ ਜਾਂਦਾ, ਵਸੀਮ ਜੀਣਾ ਤਾਂ ਕੀ ਮਰ ਨਾ ਸਕਦੀਆਂ ਨੇ, ਭੈਣਾਂ ਮਰ ਨਾ ਸਕਦੀਆਂ ਨੇ। ਇਹ ਮੇਰਾ ਕਲਾਮ ਮਾਸ਼ਾਅੱਲਾ ਬਹੁਤ ਜ਼ਿਆਦਾ ਵਾਇਰਲ ਹੋਇਆ। ਇਹ ਮੈਂ ਖੁਦ ਆਪਣੀ ਆਈਡੀ ਤੇ ਕੋਈ 10 ਤੋਂ 12 ਦਫਾ ਅਪਲੋਡ ਕੀਤਾ, ਔਰ ਜਿੰਨੀ ਦਫਾ ਵੀ ਅਪਲੋਡ ਕੀਤਾ ਇਹਨੂੰ ਮਿਲੀਅਨ 'ਚ ਵਿਊ ਪਏ ਨੇ। ਇਹਨਾਂ ਲੋਕ ਇਹਨੂੰ ਪਸੰਦ ਕਰਦੇ ਨੇ। ਅੱਛਾ ਸਰ, ਅਸੀਂ ਤੁਹਾਡੀਆਂ ਵੀਡੀਓ ਇਸ ਤੋਂ ਹਟ ਕੇ ਵੀ ਦੇਖੀ ਦੀਆਂ, ਤੁਸੀਂ ਟਿਕਟੌਕ ਮੋਨੀਟਾਈਜੇਸ਼ਨ ਦੇ ਬਾਰੇ ਵੀ ਗੱਲਾਂ ਕਰਦੇ ਹੋ, ਦੱਸਦੇ ਹੋ ਆਵਾਮ ਨੂੰ ਕਿ ਯਾਰ ਅਰਨਿੰਗ ਕਰੋ ਇਸ ਬਾਰੇ, ਕਿਉਂਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਵਜ੍ਹਾ ਤੋਂ ਕਿਸੇ ਦਾ ਫਾਇਦਾ ਹੋ ਜਾਵੇ। ਇਸ ਬਾਰੇ ਕੀ ਕਹਿਣਾ ਚਾਹੋਗੇ, ਕਿੱਦਾਂ ਟਿਕਟੌਕ ਨੂੰ ਮੋਨੀਟਾਈਜ਼ ਕਰ ਸਕਦੇ ਹਾਂ? ਦੇਖੋ ਸਰ, ਪਾਕਿਸਤਾਨ 'ਚ ਮੈਂ ਹਿੱਕ ਤਾਣ ਕੇ ਗੱਲ ਕਹਿ ਸਕਦਾ ਕਿ ਸਭ ਤੋਂ ਪਹਿਲੇ ਮੋਨੀਟਾਈਜ਼ ਦੇ ਬਾਰੇ ਮੈਂ ਦੱਸਣਾ ਸਟਾਰਟ ਕੀਤਾ। ਮੈਂ ਅਕਸਰ ਆਪਣੀਆਂ ਵੀਡੀਓ ਦੇ ਵਿੱਚ ਵੀ ਦੱਸਦਾ, ਅੱਜ ਵੀ ਦੱਸਦਾ, ਅੱਜ ਤੋਂ 9 ਮਹੀਨੇ ਪਹਿਲੇ ਮੈਂ ਲੋਕਾਂ ਨੂੰ ਇਸ ਚੀਜ਼ ਦੇ ਬਾਰੇ ਦੱਸਣਾ ਸਟਾਰਟ ਕੀਤਾ। ਇਹ ਨਹੀਂ ਕਿ ਮੋਨੀਟਾਈਜ਼ ਮੈਂ ਲੈ ਕੇ ਆਇਆ ਜੀ, ਉਹ ਟਿਕਟੌਕ ਨੇ ਕੱਢੀ ਆ, ਲੇਕਿਨ ਸਾਡੇ ਪਾਕਿਸਤਾਨ 'ਚ ਨਾ ਕਿਸੇ ਨੂੰ ਪਤਾ ਸੀ, ਨਾ ਤਰੀਕੇਕਾਰ ਦਾ ਪਤਾ ਸੀ। ਅਲਹਮਦੁਲਿਲਾ ਅੱਜ ਤੱਕ 100ਵਾਂ ਦੇ ਹਿਸਾਬ ਨਾਲ ਲੋਕਾਂ ਦੇ ਅਕਾਊਂਟ ਬਣਾ ਚੁੱਕੇ ਆ ਜਿਹੜੇ ਅਰਨਿੰਗ ਕਰ ਰਹੇ ਨੇ। ਠੀਕ ਹੈ ਜੀ, ਜਿਹੜੇ ਅਰਨਿੰਗ ਕਰ ਰਹੇ ਨੇ, ਲੇਕਿਨ ਅਸੀਂ ਉਹ ਗਾਈਡ ਕਰੀਦਾ, ਮੁਕੰਮਲ ਮੋਨੀਟਾਈਜ਼ ਕਰਾ ਕੇ ਦੇਈਦਾ, ਅਕਾਊਂਟ ਬਣਵਾ ਕੇ ਦੇਈਦਾ। ਕਿਤੇ ਕੋਈ ਪ੍ਰੋਬਲਮ ਆਵੇ ਉਹਦੀ ਅਸੀਂ ਜ਼ਿੰਮੇਵਾਰੀ ਚੱਕੀ ਦੀ ਆ, ਸਾਡੀ ਇੱਕ ਮੁਕੰਮਲ ਟੀਮ ਆ। ਇਹ ਮੈਨੂੰ ਤੁਸੀਂ ਸਾਦੀ ਜੀ ਜਗ੍ਹਾ ਤੇ ਸਾਦਾ ਜਿਹਾ ਕੱਪੜਿਆਂ 'ਚ ਨਾ ਦੇਖੋ। ਅਲਹਮਦੁਲਿਲਾ ਅੱਲਾ ਨੇ ਦਿਮਾਗ ਵੀ ਦਿੱਤਾ, ਔਰ ਮੇਰਾ ਇੱਕ ਅੱਛਾ ਸੈਟਅਪ ਆ ਮੇਰੇ ਪਿੱਛੇ ਕਿ ਜਿੱਥੇ ਮੇਰੀ ਟੀਮ ਬੈਠੇ ਹੋਏ ਨੇ ਮਾਸ਼ਾਅੱਲਾ 5 ਤੋਂ 6 ਮੇਰੇ ਟੀਮ ਮੈਂਬਰ ਨੇ, ਜਿਹੜੇ ਬੰਦਿਆਂ ਨਾਲ ਡੀਲ ਕਰਦੇ ਨੇ, ਅਕਾਊਂਟ ਫੜਦੇ ਨੇ, ਮੋਨੀਟਾਈਜ਼ ਕਰਵਾ ਕੇ ਮੁਕੰਮਲ ਦਿੰਦੇ ਨੇ। ਠੀਕ ਹੈ ਜੀ, ਜਿੱਥੇ ਕਿਤੇ ਪ੍ਰੋਬਲਮ ਆਵੇ ਉਹ ਵੀ ਕਰਦੇ ਨੇ। ਸਾਡੇ ਫੀ ਅਕਾਊਂਟ ਦੀ ਫੀਸ ਹੁੰਦੀ ਆ 3000 ਰੁਪਈਆ, ਕਿਉਂਕਿ ਅਸੀਂ ਗਰੰਟੀ ਸ਼ੁਦਾ ਕੰਮ ਕਰਦੇ ਹਾਂ ਜੀ। ਔਰ ਕਾਫੀ ਲੋਕ ਇਸ ਚੀਜ਼ ਤੋਂ ਸਾਡੇ ਕੋਲ ਬਣਾਏ ਅਕਾਊਂਟ ਅਰਨਿੰਗ ਵੀ ਕਰ ਰਹੇ ਨੇ। ਉਹਨਾਂ ਗੱਲਾਂ ਨੂੰ, ਉਹਨਾਂ ਅਕਾਊਂਟਾਂ ਨੂੰ ਵੇਖ ਕੇ ਯਕੀਨ ਕਰੋ ਬੜੀ ਖੁਸ਼ੀ ਹੁੰਦੀ ਆ ਕਿ ਇਹ ਅਕਾਊਂਟ ਯਾਰ ਸਾਡੇ ਕੋਲੋਂ ਬਣਾਇਆ ਸੀ। ਮੈਂ ਕੁਝ ਬੰਦੇ ਤੁਹਾਨੂੰ ਦੱਸ ਵੀ ਦਿੰਨਾ, ਕਾਦਰ ਮਲਕ ਭਾਈ ਨੇ ਮਾਸ਼ਾਅੱਲਾ ਕਾਫੀ ਫੇਮਸ ਨੇ ਟਿਕਟੌਕ ਤੇ, 2 ਲਾਈਨ ਦੀ ਪੋਇਟਰੀ ਕਰਦੇ, 4 ਲਾਈਨ ਦੀ ਛੋਟੀ ਜੀ। ਉਹਨਾਂ ਦਾ ਅਕਾਊਂਟ ਸਾਡੇ ਕੋਲੋਂ ਬਣਿਆ ਵਾ। ਸਲਮਾਨ ਢਿੱਲੋਂ ਨੇ, ਉਹ ਜਿਨ੍ਹਾਂ ਦੇ ਨਾਲ ਉਹ ਡੌਗ ਹੁੰਦਾ ਰੌਕੀ, ਉਹਨਾਂ ਨੇ ਅਕਾਊਂਟ ਸਾਡੇ ਕੋਲੋਂ ਬਣਵਾਇਆ। ਕਰੀਮ ਵਾਲਾ ਹੋ ਗਿਆ, ਉਹ ਜਿਹੜਾ ਭੱਜਾ ਹੀ ਫਿਰਦਾ ਵਾ, ਉਹਨਾਂ ਦਾ ਅਕਾਊਂਟ ਸਾਡੇ ਕੋਲੋਂ ਬਣਵਾਇਆ। ਅਰਨਿੰਗ ਵੀ ਉਹਨਾਂ ਦੀ ਅਸੀਂ ਕਢਵਾ ਕੇ ਦੇ ਰਹੇ। ਕਾਫੀ ਜ਼ਿਆਦਾ ਫੇਮਸ ਨੇ। ਫਰਹਾਨ ਬਾਬਾ ਇੱਕ ਲਾਹੌਰ ਦਾ 3.3 ਮਿਲੀਅਨ ਉਹਨਾਂ ਦੇ ਫਾਲੋਵਰ ਨੇ, ਉਹਨਾਂ ਨੇ ਅਕਾਊਂਟ ਸਾਡੇ ਥਰੂ ਬਣਵਾਇਆ। ਹੋਰ ਵੀ ਕਾਫੀ ਐਸੇ ਬੰਦੇ ਨੇ ਜਿਹੜੇ ਨਹੀਂ ਜ਼ੇਨ 'ਚ ਵੱਡੇ ਟਿਕਟੋਕਰ ਨੇ, ਜਿਨ੍ਹਾਂ ਨੇ ਅਕਾਊਂਟ ਸਾਡੇ ਕੋਲੋਂ ਬਣਵਾਏ ਨੇ ਤੇ ਅੱਛੀ ਖਾਸੀ ਅਰਨਿੰਗ ਕਰ ਰਹੇ ਨੇ। ਜਿਹੜੀ ਕਿੰਨੀ ਅਰਨਿੰਗ ਕਰ ਰਹੇ ਹੋ ਟਿਕਟੌਕ ਤੋਂ, YouTube ਤੋਂ, Facebook ਤੋਂ? ਜੀ ਦੇਖੋ, ਕਿਉਂ ਨਹੀਂ ਪੁੱਛਣ ਵਾਲਾ, ਮੈਂ ਆਪਣੀ ਹਰ ਵੀਡੀਓ ਦੇ ਵਿੱਚ ਸ਼ੋਅ ਕਰਵਾਨਾ। ਮੈਂ ਕਦੇ ਪਰਦਾ ਨਹੀਂ ਰੱਖਿਆ। ਮੈਂ ਉਹ ਬੰਦਾ ਨਹੀਂਗਾ ਕਿ ਮੀਸ ਨਾ ਬਣ ਕੇ ਆਪ ਹੀ ਖਾਈ ਜਾਵਾਂ, ਕਿਸੇ ਨੂੰ ਦੱਸਾਂ ਨਾ। ਅਰਨਿੰਗ ਸ਼ੋਅ ਕਰਾਉਣ ਦਾ ਮਕਸਦ ਇੱਕੋ ਹੀ ਹੁੰਦਾ ਵਾ ਕਿ ਲੋਕ ਇਸ ਚੀਜ਼ ਨੂੰ ਦੇਖ ਕੇ ਆਪਣੇ ਅੰਦਰ ਜਨੂਨ ਪੈਦਾ ਕਰਨ। ਠੀਕ ਹੈ ਨਾ, ਲੋਕਾਂ ਨੂੰ ਥੋੜਾ ਸ਼ਊਰ ਆਵੇ, ਜਨੂਨ ਆਵੇ ਕਿ ਯਾਰ ਅਸੀਂ ਇਸ ਚੀਜ਼ ਮਗਰ ਕੰਮ ਕਰੀਏ। ਇਸ ਟਾਈਮ ਸਭ ਤੋਂ ਜ਼ਿਆਦਾ ਪੈਸਾ ਤੇ ਸੋਸ਼ਲ ਮੀਡੀਆ ਤੇ, ਸਾਡੇ ਪਾਕਿਸਤਾਨ 'ਚ, ਬਰਾਊਨ ਕੰਟਰੀਆਂ ਦੀ ਗੱਲ ਨਹੀਂ ਕਰ ਰਿਹਾ, ਪਾਕਿਸਤਾਨ 'ਚ ਸਭ ਤੋਂ ਜ਼ਿਆਦਾ ਕਿਸੇ ਕੰਮ 'ਚ ਪੈਸਾ ਤੇ ਸੋਸ਼ਲ ਮੀਡੀਆ ਤੇ। ਸਿਰਫ ਕੈਮਰੇ ਸਾਹਮਣੇ ਬੋਲਣਾ ਸਿੱਖੋ, ਆਪਣੇ ਅੰਦਰੋਂ ਹਿਚਕਚਾਹਟ ਖਤਮ ਕਰੋ, ਆਪਣੇ ਅੰਦਰ ਜਜ਼ਬਾਤ ਪੈਦਾ ਕਰੋ। ਅਲਹਮਦੁਲਿਲਾ ਮੈਂ ਅਗਰ ਟਿਕਟੌਕ, ਮੇਰਾ ਸਭ ਤੋਂ ਜ਼ਿਆਦਾ ਕੰਮ ਟਿਕਟੌਕ ਤੇ ਹੀ ਆ, ਹੋਰ ਕਿਸੇ ਐਪ ਤੇ ਨਹੀਂਗਾ। ਵੈਸੇ YouTube ਤੇ ਵੀ ਮੇਰੇ 1 ਲੱਖ ਤੋਂ ਉੱਪਰ ਸਬਸਕ੍ਰਾਈਬਰ ਨੇ, Facebook ਤੇ ਵੀ 1 ਲੱਖ ਤੋਂ ਉੱਪਰ ਨੇ, Instagram 2 ਲੱਖ ਕ੍ਰਾਸ ਕਰ ਰਿਹਾ। ਲੇਕਿਨ ਮੈਂ ਜਿਹੜੀ ਅਰਨਿੰਗ ਸਹੀ ਕਰ ਰਿਹਾ ਉਹ ਟਿਕਟੌਕ ਤੇ ਹੀ ਆ। ਅਲਹਮਦੁਲਿਲਾ ਕੋਈ 2 ਦੇ ਕਰੀਬ ਮੈਂ ਟਿਕਟੌਕ ਤੋਂ ਮਹੀਨਾ ਕੱਢ ਲੈਂਦਾ। ਇਹ ਨੌਜਵਾਨ ਨੇ ਅੱਜ ਕੱਲ੍ਹ, ਤੁਹਾਨੂੰ ਪਤਾ ਨਸ਼ਿਆਂ ਪੱਤਿਆਂ ਤੇ ਲੱਗੇ ਹੋਏ ਨੇ, ਤਾਲੀਮ ਤੋਂ ਵੀ ਬਿਲਕੁਲ ਦੂਰ ਨੇ, ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਨੇ। ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ? ਦੇਖੋ ਜੀ, ਮੈਸੇਜ ਮੈਂ ਉਹਨਾਂ ਨੂੰ ਇਹ ਦੇਣਾ ਚਾਹਾਂਗਾ ਕਿ ਮਾਂ ਪਿਓ ਨੂੰ ਤੰਗ ਕਰਕੇ ਜ਼ਿੰਦਗੀ ਗੁਜ਼ਾਰਨ ਨਾਲੋਂ ਬਿਹਤਰ ਆ ਬੰਦਾ ਆਪਣੀ ਕੋਈ ਮਿਹਨਤ ਕਰੇ। ਠੀਕ ਹੈ ਨਾ, ਮੈਂ ਅੱਜ ਇਸ ਮੁਕਾਮ ਤੇ ਬੈਠਾ ਵਾਂ। ਅੱਜ ਇੱਕ ਆਈਫੋਨ ਆ, ਇੱਕ ਰੀਅਲਮੀ ਦਾ ਫੋਨ ਆ। ਜਸਟ ਇੱਕ ਛੋਟੀ ਜਿਹੀ ਮਿਸਾਲ ਦੇ ਰਿਹਾ। ਮੈਂ ਕੋ ਆਪਣੇ ਬਾਪੂ ਦਾ ਕੱਟਾ ਵੱਛਾ ਵੇਚ ਕੇ ਨਹੀਂ ਲਿਆ, ਮੈਂ ਆਪਣੀ ਮਿਹਨਤ ਕੀਤੀ ਆ। ਮੈਂ ਆਪਣਾ ਪੈਕੇਜ ਆਪਣੇ ਸਿਰ ਤੋਂ ਲਵਾਨਾ ਸੀਗਾ ਜਿਸ ਟਾਈਮ ਮੈਂ 0% ਸੀਗਾ। ਇੱਕ ਮਿਡਲ ਕਲਾਸ ਫੈਮਿਲੀ ਤੋਂ, ਮਿਡਲ ਕਲਾਸ ਫੈਮਿਲੀ ਵੀ ਅੱਛੀ ਹੁੰਦੀ, ਮੈਂ ਉਸ ਤੋਂ ਵੀ ਲੋ ਕੁਆਲਿਟੀ ਫੈਮਿਲੀ ਤੋਂ ਬਿਲੋਂਗ ਕਰਦਾ। ਮੈਂ ਆਪਣੀ ਮਿਹਨਤ ਕੀਤੀ ਆ। ਕਹਿੰਦਾ ਕਿ ਐਡੇ ਸੌਖੇ ਨਹੀਂ ਰੁਤਬੇ ਮਿਲਦੇ, ਪਹਿਲੇ ਕੁਝ ਗਵਾਉਣਾ ਪੈਂਦਾ ਤੇ ਐਵੇਂ ਨਹੀਂ ਦੁਨੀਆ ਮੰਨਣ ਲੱਗਦੀ।
ਕਰਕੇ ਕੁਝ ਵਿਖਾਣਾ ਪੈਂਦਾ ਤੇ ਹਰਾਮ ਤੇ ਸਾਰੇ ਕਮਾਈ ਜਾਂਦੇ, ਹਲਾਲ ਕਮਾਣਾ ਔਖਾ ਏ ਯਾਰ। ਪੈਸਾ ਤੇ ਕੰਜਰਾਂ ਕੋ ਵੀ ਬਹੁਤਾ, ਪਰ ਨਾਮ ਬਣਾਉਣਾ ਔਖਾ ਏ, ਨਾਮ ਬਣਾਉਣਾ ਔਖਾ ਏ। ਲਾਈਵ ਤੇ ਬਹਿ ਕੇ ਮੰਗਣ ਨਾਲੋਂ ਬਿਹਤਰ ਆ, ਕੁੜੀਆਂ ਨਚਾਉਣ ਨਾਲੋਂ ਬਿਹਤਰ ਆ ਆਪਣੇ ਵੀਡੀਓ ਕ੍ਰੀਏਟਰ ਬਣੋ, ਅੱਛਾ ਨਾਮ ਕਮਾਓ, ਕਰੋੜਾਂ ਨਹੀਂ ਹਜ਼ਾਰਾਂ ਕਮਾ ਲਓ, ਲੇਕਿਨ ਇੱਜ਼ਤ ਦੀ ਕਮਾ ਲਓ। ਤੁਸੀਂ ਨਾ ਕੁਛ ਆਪਣੀ ਜ਼ਿੰਦਗੀ ਬਾਰੇ ਦੱਸੋ। ਟਿਕਟੌਕ ਤੋਂ ਪਹਿਲੇ ਤੁਸੀਂ ਕੀ ਕਰਦੇ ਸੀ? ਦੇਖੋ ਜੀ, ਮੈਂ ਪਹਿਲੇ ਦੱਸ ਵੀ ਚੁੱਕਿਆ ਕਾਫੀਆਂ ਲੋਕਾਂ ਨੂੰ ਇੰਟਰਵਿਊ 'ਚ, ਵੀਡੀਓ ਦੇ ਵਿੱਚ ਵੀ, ਆਪਣੀ ਵੀਡੀਓ ਦੇ ਵਿੱਚ ਵੀ, ਕਿ ਮੈਂ ਇੱਕ ਲੋ ਕੁਆਲਿਟੀ ਫੈਮਿਲੀ ਤੋਂ ਬਿਲੋਂਗ ਕਰਦਾ। ਮੈਂ ਪਹਿਲੇ ਸਕੂਲ ਛੱਡ ਦਿੱਤਾ ਸੀਗਾ 6ਵੀਂ ਕਲਾਸ ਦੇ ਵਿੱਚ, ਠੀਕ ਹੈ ਨਾ। ਕੁਛ ਘਰਦਿਆਂ ਦੀ ਤਕਦੋ ਨਹੀਂ ਸੀ, ਕੁਛ ਆਪਣਾ ਜ਼ੇਨ ਨਹੀਂ ਸੀਗਾ, ਠੀਕ ਹੈ। ਸਕੂਲ ਛੱਡ ਦਿੱਤਾ, ਘਰ ਦੀਆਂ ਮਜਬੂਰੀਆਂ ਸੀ। ਮੈਂ ਕੰਮ ਦੇ ਸਿਲਸਿਲੇ 'ਚ ਕਰਾਚੀ, ਲਾਹੌਰ ਨਿਕਲਿਆ। ਮੈਂ ਪੱਲੇਦਾਰੀ ਕੀਤੀ 7 ਸਾਲ ਲਗਾਤਾਰ, ਠੀਕ ਹੈ ਜੀ। ਪੱਲੇਦਾਰੀ ਅਣਥੱਕ ਮਿਹਨਤ ਕੀਤੀ। ਉਸ ਤੋਂ ਬਾਅਦ ਸਾਊਦੀ ਅਰਬ ਗਿਆ, ਛੋਟੀ ਜਿਹੀ ਉਮਰ 'ਚ ਸਾਊਦੀ ਅਰਬ ਵੀ ਚਲਾ ਗਿਆ ਸੀਗਾ, ਠੀਕ ਹੈ ਜੀ। ਉਸ ਟਾਈਮ ਮੇਰੀ ਏਜ ਹੋਣੀ ਆ 15 ਕੁ ਸਾਲ ਜਾਂ 16 ਸਾਲ ਹੋਏਗੀ। ਕੁਝ 2 ਸਾਲ ਮੈਂ ਪੱਲੇਦਾਰੀ ਬਾਹਰ ਜਾਣ ਤੋਂ ਪਹਿਲੇ ਕੀਤੀ ਆ, ਬਾਹਰੋਂ ਆਣ ਕੇ ਫੇਰ ਵੀ ਪੱਲੇਦਾਰੀ ਕੀਤੀ। 3 ਸਾਲ ਉੱਥੇ ਲਾਏ, ਕੰਮ ਨਹੀਂ ਚੱਲਿਆ। ਕੁਛ ਜ਼ੇਨ ਨਹੀਂ ਸੀ ਸਹੀ, ਕੁਛ ਬਹਿਣ ਉੱਠਣ ਵਾਲੇ ਯਾਰ ਬੇਲੀ ਨਾਲ ਨਹੀਂ ਸੀ ਠੀਕ। ਸਿਆਣੇ ਕਹਿੰਦੇ ਸੋਹਬਤ ਨੁੱਕਰੇ ਲਾ ਦਿੰਦੀ ਏ, ਬੰਦਾ ਆਪ ਖਰਾਬ ਨਹੀਂ ਹੁੰਦਾ। ਤੇ ਜੈਸੀ ਬੈਠਕ ਵੈਸੀ ਇਨਸਾਨ ਦੀ ਸੋਹਬਤ ਹੁੰਦੀ ਆ, ਠੀਕ ਹੈ ਨਾ। ਉਹ ਇਹਨਾਂ ਸਾਰਿਆਂ ਕੰਮਾਂ ਚੋਂ ਗੁਜ਼ਰ ਕੇ ਵਾਪਸੀ ਆਣ ਕੇ ਫੇਰ ਪੱਲੇਦਾਰੀ ਕੀਤੀ, ਤੇ ਪੱਲੇਦਾਰੀ ਕਰਦਿਆਂ ਮੈਨੂੰ ਇੱਕ ਦੁਕਾਨ ਤੇ ਜੌਬ ਮਿਲ ਗਈ ਜੀ। ਬਸ ਉਹ ਦੁਕਾਨ ਤੇ ਥੋੜਾ ਮਸਲਾ ਬਣ ਗਿਆ ਕਿ ਮੈਨੂੰ ਉੱਥੋਂ ਕੰਮ ਛੱਡਣਾ ਪਿਆ। ਉਦਣ ਮੈਂ ਆਪਣੇ ਦਿਲ 'ਚ ਇੱਕ ਗੱਲ ਢਾਣ ਲਈ ਸੀਗੀ, ਪੈਦਾ ਕਰ ਲਈ ਸੀ ਗੱਲ ਦੇ ਅੰਦਰ ਇੱਕ ਕਿ ਮੈਂ ਅੱਜ ਤੋਂ ਬਾਅਦ ਗੁਲਾਮੀ ਦੀ ਜ਼ਿੰਦਗੀ ਨਹੀਂ ਜੀਣੀ, ਕਿਸੇ ਦੀ ਮਿਹਨਤ ਨਹੀਂ ਕਰਨੀ, ਕਿਸੇ ਦੀ ਨੌਕਰੀ ਨਹੀਂ ਕਰਨੀ, ਆਪਣੀ ਕਰਕੇ ਖਾਣੀ। ਪਿੰਡ ਆ ਗਿਆ, ਆਪਣੇ ਵਾਲਦ ਸਾਹਿਬ ਦੇ ਨਾਲ ਕੰਮ ਕਰਾਉਣਾ ਸ਼ੁਰੂ ਕਰ ਦਿੱਤਾ। ਡੰਗਰਾਂ ਸ਼ੰਗਰਾਂ ਨੂੰ ਪੱਠੇ ਪੁੱਠੇ ਪਾਣੇ, ਮੇਰੀਆਂ ਅਕਸਰ ਪਹਿਲੀਆਂ ਵੀਡੀਓ ਫਸਲਾਂ 'ਚ ਹੀ ਆਉਂਦੀਆਂ, ਹਜੇ ਤੱਕ ਵੀ ਆਉਂਦੀਆਂ। ਤੇ ਕੰਮ ਸ਼ਮ ਕਰਾਉਣਾ ਸ਼ੁਰੂ ਕਰ ਦਿੱਤਾ। ਉੱਥੋਂ ਹੀ ਅੱਲਾਹ ਪਾਕ ਨੇ ਮੈਨੂੰ ਇੱਜ਼ਤ ਦੇ ਦਿੱਤੀ ਆ, ਮੈਂ ਵੀਡੀਓ ਬਣਾਉਣੀ ਸਟਾਰਟ ਕੀਤੀ ਆ। ਤੇ ਜਿੱਦਾਂ ਮੈਂ ਵੀਡੀਓ ਬਣਾਉਣੀ ਸਟਾਰਟ ਕੀਤੀ ਆ, ਮੈਂ ਕੋਈ ਜ਼ਿਆਦਾ ਮਿਹਨਤ ਨਹੀਂ ਕੀਤੀ, ਐਵੇਂ ਮੈਂ ਕਵਾਂ। ਜਿੱਦਾਂ ਮੈਂ ਵੀਡੀਓ ਬਣਾਉਣੀ ਸਟਾਰਟ ਕੀਤੀ, 1 ਮਹੀਨੇ ਬਾਅਦ ਮੈਨੂੰ ਪਹਿਲੇ ਸਨੈਕ ਤੇ ਫੇਮ ਮਿਲ ਗਿਆ ਸੀਗਾ। ਸਨੈਕ ਤੇ ਮੇਰੇ 5 ਲੱਖ ਫਾਲੋਵਰ ਹੋ ਗਏ ਸੀ। ਉਸ ਟਾਈਮ ਟਿਕਟੋਕ ਬੈਨ ਸੀਗੀ। ਜਿੱਦਾਂ ਅਨਬੈਨ ਹੋਈ ਆ, ਇੱਥੇ ਵੀਡੀਓ ਪਾਈ ਆ, ਅੱਲਾਹ ਪਾਕ ਨੇ ਅੱਛੀ ਖਾਸੀ ਇੱਜ਼ਤ ਦੇਤੀ ਆ। ਤੇ ਜਦੋਂ ਅਸੀਂ ਇਹਦੇ ਵਿੱਚ ਵੜਦੇ ਗਏ ਆ, ਸਾਨੂੰ ਇੱਥੋਂ ਰਸਤੇ ਵੀ ਮਿਲਦੇ ਗਏ ਆ, ਅਰਨਿੰਗ ਕਰਨ ਦੇ ਵੀ ਲੋਕ ਵੀ ਮਿਲਦੇ ਗਏ ਆ, ਮਸ਼ਹੂਰੀਆਂ ਕਰਾਉਣ ਵਾਲੇ, ਠੀਕ ਹੈ, ਕੰਮ ਕਰਵਾਉਣ ਵਾਲੇ। ਤੇ ਅੱਲਾਹ ਪਾਕ ਨੇ ਸੋਹਣਾ ਰੋਜ਼ੀ ਦਾ ਵਸੀਲਾ ਬਣਾਤਾ। ਅੱਜ ਆਪਣੇ ਘਰੇ ਬੈਠੇ ਅੱਛੀ ਖਾਸੀ ਰੋਜ਼ੀ ਵੀ ਕਮਾ ਰਹੇ ਆ। ਔਰ ਅਲਹਮਦੁਲਿਲਾ ਮੇਰੇ ਇਸ ਮਾਸ਼ਰੇ 'ਚ ਅੱਲਾਹ ਪਾਕ ਨੇ ਉਹ ਇੱਜ਼ਤ ਦਿੱਤੀ ਆ ਕਿ ਮੇਰਾ ਨਾਮ ਤੁਸੀਂ ਕਿਸੇ ਮਹਿਫਲ 'ਚ ਵੀ ਲਓ, ਤੁਹਾਨੂੰ ਸ਼ਰਮਿੰਦਗੀ ਦਾ ਸਾਹਮਣਾ ਨਹੀਂ ਕਰਨਾ ਪਏਗਾ। ਜਾਂ ਤੁਸੀਂ ਕਿਸੇ ਨੂੰ ਕਹੋ ਕਿ ਮੈਂ ਮੀਆਂ ਦਿਲਦਾਰ ਦਾ ਫੈਨ ਆ, ਤੇ ਤੁਹਾਨੂੰ ਬਿਜ਼ਤੀ ਮਹਿਸੂਸ ਨਹੀਂ ਹੋਏਗੀ, ਠੀਕ ਹੈ। ਫੈਨ ਤੇ ਨਰਗਸ ਦੇ ਦੀਦਾਰ ਦੇ ਵੀ ਬਹੁਤ ਨੇ, ਠੀਕ ਹੈ। ਫੈਨ ਤਾਂ ਕੰਜਰਾਂ ਦੇ ਵੀ ਬਹੁਤ ਨੇ, ਲੇਕਿਨ ਫਖਰ ਨਾ ਦੱਸੇ ਕੋ ਬੰਦਾ ਮੈਂ ਤੁਹਾਡਾ ਫੈਨ ਆ, ਅਸਲ ਫੇਮ ਉਹ ਹੁੰਦਾ। ਅੱਛਾ, ਤੇ ਤੁਸੀਂ ਸ਼ਾਦੀ ਨਹੀਂ ਕਰਵਾਈ, ਇਹਦਾ ਕੀ ਵਜ੍ਹਾ ਜੀ? ਸ਼ਾਦੀ ਮੈਨੂੰ ਕੋਈ ਦਿੰਦਾ ਹੀ ਨਹੀਂ ਜੀ। ਕੀ ਮਸਲਾ? ਦੇਖੋ ਜੀ, ਮੇਰਾ ਇੱਕ ਜ਼ੇਨ ਸੀਗਾ ਕਿ ਮੈਂ ਸ਼ਾਦੀ ਜਦੋਂ ਕਰਵਾਵਾਂ, ਮੈਂ ਆਪਣੇ ਪੈਰਾਂ ਤੇ ਸਟੈਂਡ ਹੋ ਕੇ ਕਰਵਾਵਾਂ, ਵਰਨਾ ਮੈਂ ਸ਼ਾਦੀ ਨਹੀਂ ਕਰਨੀ। ਕਿ ਮੇਰਾ ਇੱਕ ਜ਼ੇਨ ਸੀਗਾ। ਅਲਹਮਦੁਲਿਲਾ ਅੱਲਾਹ ਪਾਕ ਨੇ ਸਟੈਂਡ ਵੀ ਕਰ ਦਿੱਤਾ ਵਾ, ਘਰ ਸ਼ਰ ਵੀ ਬਣਾ ਲਿਆ। ਸ਼ੁਕਰ ਆ ਮਾਲਕ ਦੀ ਜ਼ਾਤ ਦਾ, ਜੋ ਸੁਪਨੇ ਸੀ ਸਭ ਸਾਰੇ ਰੱਬ ਨੇ ਪੂਰੇ ਕਰ ਦਿੱਤੇ ਆ। ਤੇ ਇਨਸ਼ਾਅੱਲਾ ਸ਼ਾਦੀ ਵੀ ਬਹੁਤ ਜਲਦ ਅਨਾਉਂਸ ਕਰ ਦਿਓ ਜੀ, ਕਿੰਨੀ ਦੇਰ ਤੱਕ? ਤਕਰੀਬਨ 1 ਸਾਲ ਤੱਕ ਜੀ। ਲਓ ਤੇ ਉਹ ਜੀ। ਸਾਰੀ ਦੁਨੀਆ ਨੂੰ ਪਤਾ ਲੱਗ ਜਾਣਾ। ਸਾਡੀ ਤੇ ਕੋਈ ਚੀਜ਼ ਲੁਕ ਛੁਪ ਹੀ ਨਹੀਂ ਜੀ ਸਕਦੀ। ਅਸੀਂ ਖੁਦ ਛੁਪਾਵਾਂਗੇ ਤੇ ਲੋਕ ਉਹਨੂੰ ਵਾਇਰਲ ਕਰਨਗੇ, ਠੀਕ ਹੈ ਨਾ। ਇਸ ਲਈ ਅਸੀਂ ਲੋਕਾਂ ਦੇ ਵਾਇਰਲ ਕਰਨ ਤੋਂ ਪਹਿਲਾਂ ਖੁਦ ਦੱਸ ਦਿੰਨੇ ਆ। ਸ਼ਾਦੀ ਇਨਸ਼ਾਅੱਲਾ ਜੀ 1 ਸਾਲ ਤੱਕ ਜ਼ੇਨ ਆ, ਬਾਕੀ ਜੋ ਮੇਰੇ ਅੱਲਾਹ ਪਾਕ ਨੂੰ ਮਨਜ਼ੂਰ ਆ ਜੀ। ਅੱਛਾ ਮੀਆਂ ਸਾਹਿਬ, ਕਿੱਦਾਂ ਮਹਿਸੂਸ ਹੁੰਦਾ ਹੁਣ ਕਿ ਰਿਸ਼ਤੇਦਾਰਾਂ ਦੇ ਵਿੱਚ ਮਾਸ਼ਾਅੱਲਾ ਤੁਸੀਂ ਏਡੇ ਵਾਇਰਲ ਹੋ ਗਏ? ਕਿੱਦਾਂ, ਕਿਸ ਨਜ਼ਰ ਨਾਲ ਤੁਹਾਨੂੰ ਰਿਸ਼ਤੇਦਾਰ, ਪਿੰਡ ਵਾਲੇ, ਦੋਸਤ ਕਿਸ ਨਜ਼ਰ ਨਾਲ ਦੇਖਦੇ? ਦੇਖੋ ਜੀ, ਮੈਂ ਜ਼ਿੰਦਗੀ 'ਚ ਉਹ ਵਕਤ ਦੇਖਿਆ ਵਾ ਕਿ ਮੈਂ ਇੱਕ ਦਫ਼ਾ ਇਕੱਲਾ ਸੀਗਾ ਤੇ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ, ਤੇ ਮੈਂ ਆਪਣੇ ਅੱਲਾਹ ਵੱਲ ਨੂੰ ਐਂ ਕਰਕੇ ਦੇਖਿਆ। ਤੇ ਮੈਂ ਰੱਬ ਵੱਲ ਨੂੰ ਦੇਖ ਕੇ ਇੱਕ ਗੱਲ ਕਹੀ ਕਿ ਰੱਬਾ ਹੁਣ ਬੱਸ ਹੋ ਗਈ ਆ। ਕੋਈ ਇੱਜ਼ਤ ਦੇ, ਕੋਈ ਮੁਕਾਮ ਦੇ, ਤੂੰ ਬਿਹਤਰ ਜਾਣਦਾ ਕੀ ਕਰਨਾ, ਤੇ ਤੂੰ ਮੇਰੇ ਲਈ ਕੋਈ ਬਿਹਤਰ ਫੈਸਲਾ ਹੀ ਕਰੇਂਗਾ। ਕਿਉਂਕਿ ਮੈਂ ਜ਼ਿੰਦਗੀ 'ਚ ਬਹੁਤ ਜ਼ਿਆਦਾ ਠੋਕਰਾਂ ਖਾਧੀਆਂ, ਬਹੁਤ ਜ਼ਿਆਦਾ ਧੱਕੇ ਖਾਧੇ ਆ। ਇਹਨਾਂ ਚੀਜ਼ਾਂ ਤੇ ਹੀ ਮੈਂ ਪੋਇਟਰੀਆਂ ਲਿਖਦਾ। ਇਸ ਜੱਗ ਤੇ ਇੱਕੋ ਹੀ ਨਿਚੋੜ ਕੱਢਿਆ ਕਿ ਬੇਬੇ ਬਾਪੂ ਤੋਂ ਇਲਾਵਾ ਕੋਈ ਵਫ਼ਾਦਾਰ ਨੀਗਾ, ਠੀਕ ਹੈ ਜੀ। ਉਸ ਤੋਂ ਬਾਅਦ ਅੱਲਾਹ ਪਾਕ ਦੀ ਜ਼ਾਤ ਨੇ ਇੱਜ਼ਤ ਦਿੱਤੀ ਆ, ਲੇਕਿਨ ਮੈਂ ਇੱਕ ਚੀਜ਼ ਦੇਖੀ, ਲੋਕ ਚੜ੍ਹਦੇ ਸੂਰਜ ਨੂੰ ਸਲਾਮ ਕਰਦੇ ਆ। ਜੇ ਇਸ ਟਾਈਮ ਤੁਸੀਂ ਭੁੱਖੇ ਹੋ, ਤੁਹਾਡੇ ਪੱਲੇ ਕੱਖ ਨੀਗਾ, ਤੁਸੀਂ ਕਿਸੇ ਕੋਲ ਮੰਗਣਾ ਨੀਗਾ, ਲੇਕਿਨ ਲੋਕ ਤੁਹਾਡੀ ਕਦਰ ਇੱਜ਼ਤ ਕਰਨੀ ਛੱਡ ਜਾਂਦੇ। ਜੇ ਇਸ ਟਾਈਮ ਤੁਸੀਂ ਰੱਜੇ ਹੋ, ਪੈਸੇ ਤੁਹਾਡੇ ਆਪਣੇ, ਨਾਮ ਤੁਹਾਡਾ ਆਪਣਾ, ਘਰ ਚੰਗਾ ਤੁਹਾਡਾ ਆਪਣਾ, ਲੇਕਿਨ ਲੋਕ ਇੱਜ਼ਤ ਕਰਨੀ ਸਟਾਰਟ ਕਰ ਦਿੰਦੇ ਆ। ਇਹ ਗੱਲ ਦਾ ਮੈਨੂੰ ਲੋਕਾਂ ਦੇ ਸਾਰੀ ਜ਼ਿੰਦਗੀ ਸ਼ਿਕਵਾ ਰਹੇਗਾ ਕਿ ਲੋਕ ਕਿਸੇ ਦਾ ਪੈਸਾ ਦੇਖ ਕੇ ਕਿਸੇ ਦੀ ਇੱਜ਼ਤ ਕਰਨੀ ਸਟਾਰਟ ਕਰਦੇ ਆ। ਬੰਦਾ ਜਿੱਡਾ ਮਰਜ਼ੀ ਪੜ੍ਹਿਆ ਲਿਖਿਆ, ਜਿੱਡਾ ਮਰਜ਼ੀ ਸ਼ਊਰੀ ਯਾਫਤਾ ਨਾ, ਕੋਈ ਉਹਨੂੰ ਪੁੱਛਦਾ ਨੀਗਾ। ਇੱਕ ਬੰਦਾ ਬਿਲਕੁਲ ਅਨਪੜ੍ਹ ਆ, ਜਾਹਲ ਆ, ਉਹਨੂੰ ਟਕੇ ਦੀ ਅਕਲ ਨੀ ਗੀ, ਉਹਦੀ ਜੇਬ ਪੈਸਿਆਂ ਨਾਲ ਭਰੀ ਆ, ਹਰ ਬੰਦਾ ਉਹਦੇ ਕੋਲ ਮਸ਼ਵਰਾ ਲੈਂਦਾ। ਇਸ ਚੀਜ਼ ਦਾ ਮੈਨੂੰ ਲੋਕਾਂ ਤੇ ਦੁੱਖ ਆ, ਔਰ ਇਹ ਸਾਰੀ ਜ਼ਿੰਦਗੀ ਰਹੇਗਾ। ਅੱਛਾ ਸਰ, ਆਖਰੀ ਕੁਐਸਚਨ ਤੇ ਲਾਸਟ ਇਸ ਇੰਟਰਵਿਊ ਦਾ ਵੀ ਐਂਡ ਕਰਦੇ ਹਾਂ। ਆਪਣੀ
ਚੰਦ ਇੱਕ ਸ਼ਾਇਰ ਜਿਹੜੇ ਨੇ ਸਾਡੇ ਚੈਨਲ ਤੇ ਸੁਣਾਓ ਸ਼ਾਇਰੀ ਦੇ। ਜੀ। ਜਿਹੜੇ ਬੱਚੇ ਆਪਣੇ ਵਾਲਿਦੈਨ ਦੀ ਕਦਰ ਨਹੀਂ ਕਰਦੇ, ਸਪੈਸ਼ਲ ਵੀਡੀਓ ਮੇਰੀ ਪਹਿਲੀ ਇਹ ਪੋਇਟਰੀ ਉਹਨਾਂ ਲਈ ਆ। ਕਹਿੰਦਾ ਕਿ ਮਾਪਿਆਂ ਨੂੰ ਜਿਹੜੇ ਧੱਕੇ ਮਾਰਨ, ਕਮਲੇ ਕੀ ਕਹਿਰ ਗੁਜ਼ਾਰਨ, ਉਹਨਾਂ ਅੱਗੇ ਹੱਥ ਮੈਂ ਜੋੜਾਂ, ਜਨਤਾਂ ਦੀ ਉਹ ਬਾਜ਼ੀ ਹਾਰਨ। ਉਹ ਝੱਲਿਆ ਪੁੱਛ ਉਹਨੂੰ ਜਿਹਦੀ ਮਾਂ ਨਹੀਂ ਹੈਗੀ, ਸਿਰ ਤੇ ਠੰਡੀ ਛਾਂ ਨਹੀਂ ਹੈਗੀ, ਦਰ ਦਰ ਧੱਕੇ ਖਾਂਦੇ ਫਿਰਦੇ, ਸ਼ਕਲੋਂ ਦੁਖੀ ਲੱਗਣ ਚਰਦੇ। ਮਾਪਿਆਂ ਦੀ ਤੁਸੀਂ ਖਿਦਮਤ ਕਰ ਲਓ, ਮਿੱਠਾ ਕੌੜਾ ਬੋਲ ਵੀ ਜਰ ਲਓ, ਇਹ ਫੁੱਲ ਬਾਗਾਂ ਵਿੱਚ ਖਿਲਣੇ ਨਹੀਂ। ਉਹ ਝੱਲਿਆ ਜੇ ਟੁਰ ਗਏ ਮਾਪੇ ਮਿਲਣੇ ਨਹੀਂ, ਜੇ ਟੁਰ ਗਏ ਮਾਪੇ ਮਿਲਣੇ ਨਹੀਂ। ਤੇ ਲਾਸਟ ਪੋਇਟਰੀ ਨਾਲ ਇਹਦੇ ਤੁਹਾਡੇ ਕੋਲ ਇਜਾਜ਼ਤ ਚਾਹਾਂਗੇ। ਕਹਿੰਦਾ ਕਿ ਬਲਦੀ ਅੱਗ ਤੇ ਆਪ ਖਲੋਂਦਾ, ਲੋਕੋ ਪਿਓ ਜਿਹਾ ਕੋਈ ਨਹੀਂ ਹੁੰਦਾ। ਕਿ ਬਲਦੀ ਅੱਗ ਤੇ ਆਪ ਖਲੋਂਦਾ, ਲੋਕੋ ਪਿਓ ਜਿਹਾ ਕੋਈ ਨਹੀਂ ਹੁੰਦਾ। ਹਨੇਰੀ ਮੀਂਹ ਤੂਫਾਨ ਨਹੀਂ ਵਹਿੰਦਾ, ਹੱਸ ਹੱਸ ਸਾਰੀਆਂ ਸਖਤੀਆਂ ਸਹਿੰਦਾ ਕੋਈ ਨਹੀਂ ਹੁੰਦਾ। ਜਿਹੜਾ ਕਦੇ ਵੀ ਥੱਕਦਾ ਨਹੀਂ, ਮਨ ਮਨ ਜ਼ਿੱਦਾਂ ਅੱਕਦਾ ਨਹੀਂ, ਮੱਥੇ ਤੇ ਰੇੜੀ ਜ਼ਰਾ ਨਹੀਂ ਪਾਉਂਦਾ, ਲੋਕੋ ਪਿਓ ਜਿਹਾ ਕੋਈ ਨਹੀਂ ਹੁੰਦਾ। ਤੇ ਰੱਬ ਕੋ ਜਾ ਕੇ ਵੀ ਨਹੀਂ ਭੁੱਲਦਾ, ਯਾਦ ਕਰੋ ਵਿੱਚ ਖਾਬ ਦੇ ਮਿਲਦਾ, ਕਬਰ ਦੇ ਵਿੱਚ ਵੀ ਨਹੀਂ ਸੌਂਦਾ, ਲੋਕੋ ਪਿਓ ਜਿਹਾ ਕੋਈ ਨਹੀਂ ਹੁੰਦਾ, ਲੋਕੋ ਪਿਓ ਜਿਹਾ ਕੋਈ ਨਹੀਂ। ਦੋਸਤੋ ਤੇ ਅੱਜ ਅਸੀਂ ਮੌਜੂਦ ਸੀ ਜੀ ਮੀਆਂ ਦਿਲਦਾਰ ਸਾਹਿਬ ਜਿਹੜੇ ਕਿ ਬਹੁਤ ਹੀ ਵਧੀਆ ਇਨਸਾਨ ਨੇ ਤੇ ਇਹਨਾਂ ਕੋਲ ਅੱਜ ਜਾਣਿਆ ਸੀ ਇਹਨਾਂ ਦੀ ਜ਼ਿੰਦਗੀ ਦੇ ਬਾਰੇ ਕਿ ਆਪਣੀ ਜ਼ਿੰਦਗੀ ਕਿੱਦਾਂ ਗੁਜ਼ਾਰ ਰਹੇ ਨੇ ਤੇ ਉਹਨਾਂ ਨੇ ਕੁਝ ਟ੍ਰਿਕਾਂ ਦੱਸੀਆਂ ਕਿ ਟਿਕਟੌਕ ਤੇ ਵਾਇਰਲ ਹੋਣ ਦਾ ਤਰੀਕਾ, ਟਿਕਟੌਕ ਨੂੰ ਮੋਨੇਟਾਈਜੇਸ਼ਨ ਇਹਨਾਂ ਕੋਲ ਕਰਵਾ ਸਕਦੇ ਹੋ ਆਣ ਕੇ ਤੁਸੀਂ। ਤੇ ਦੋਸਤੋ ਹੁਣ ਵੀਡੀਓ ਦਾ ਐਂਡ ਕਰਦੇ ਹਾਂ। ਅਗਰ ਸਾਡੀ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਜ਼ਮੀ ਲਾਈਕ, ਸ਼ੇਅਰ, ਕਮੈਂਟ ਕਰਕੇ ਸਾਨੂੰ ਲਾਜ਼ਮੀ ਦੱਸਣਾ ਤੇ ਆਪਣੇ ਬਾਈ ਨੂੰ ਇਜਾਜ਼ਤ ਦਿਓ। ਇਨਸ਼ਾਅੱਲਾ ਨਵੀਂ ਵੀਡੀਓ ਦੇ ਨਾਲ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਅੱਲਾ ਹਾਫਿਜ਼।